The chapter name is Banda Singh Bahadur and the topic is causes of a Banda Singh Bahadur ultimate failure। कहते कि बंदा सिंह बहादुर ਦੀ असफलता ਦੇ ਕੀ ਕਾਰਨ ਸੀ। ठीक है, सो इसी एक क्वेश्चन करना है ਤੇ ਸਭ ਤੋਂ ਪਹਿਲਾਂ ਕਰਨਾ ਹੈ स्ट्रेंथ ऑफ द मुगल एम्पायर। ਕਹਿੰਦੇ ਕਿ ਮੁਗਲ एम्पायर जो ਸੀ, ਕਹਿੰਦੇ ਸਭ ਤੋਂ ਪਹਿਲਾਂ ਅਗਰ ਅਸੀਂ ਉਹਦੀ स्ट्रेंथ ਦੀ ਗੱਲ ਕਰਦੇ ਹੈਗੇ ਆ ਤੇ ਮੁਗਲ ਐਮਪਾਇਰ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਮੁਗਲ ਐਮਪਾਇਰ ਲੋਕ ਸੀਗੇ, ਉਹਨਾਂ ਦੀ ਆਰਮੀ ਬਹੁਤ ਜ਼ਿਆਦਾ ਹੁੰਦੀ ਸੀ। ਦੂਸਰੇ ਪਾਸੇ ਬੰਦਾ ਸਿੰਘ ਬਹਾਦਰ ਦੇ ਕੋਲ ਇੰਨੀ ਆਰਮੀ ਨਹੀਂ ਸੀ ਹੁੰਦੀ। ਆਰਮੀ ਨਾ ਹੋਣ ਕਰਕੇ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਵੈਪਨ ਵਗੈਰਾ ਵੀ ਨਹੀਂ ਸੀ ਹੁੰਦੇ, ਜਿਸ ਕਰਕੇ ਬੰਦਾ ਸਿੰਘ ਬਹਾਦਰ ਜਿਹੜਾ ਸੀ ਬਹੁਤੇ ਟਾਈਮ ਤੱਕ ਜਿਹੜਾ ਸੀ ਆਪਣੇ ਆਪ ਨੂੰ ਸਟੇਬਲ ਨਹੀਂ ਰੱਖ ਪਾਇਆ ਸੀ। ਠੀਕ ਹੈ, ਤਾਂ ਆਪਾਂ ਨੂੰ ਪਤਾ ਹੈ ਨਾ ਲਾਸਟ ਟਾਈਮ ਦੇ ਉੱਤੇ ਬੰਦਾ ਸਿੰਘ ਬਹਾਦਰ ਨੂੰ ਦੂਨੀ ਚੰਦ ਦੀ ਹਵੇਲੀ ਦੇ ਵਿੱਚੋਂ ਅਰੈਸਟ ਕਰਕੇ ਬਾਅਦ ਚੋਂ ਬੰਦਾ ਸਿੰਘ ਬਹਾਦਰ ਦਾ ਜਲੂਸ ਕੱਢਿਆ ਗਿਆ ਸੀ ਦਿੱਲੀ ਦੇ ਵਿੱਚ ਦਰਖਤ ਦੇ ਉੱਤੇ ਟੰਗਵਾ ਦਿੱਤਾ ਗਿਆ ਸੀ ਬਾਅਦ ਚੋਂ ਬੰਦਾ ਸਿੰਘ ਬਹਾਦਰ ਨੂੰ। ਸੋ ਇਸ ਚੀਜ਼ ਨੂੰ ਯਾਦ ਰੱਖਣਾ ਕਿ ਬੰਦਾ ਸਿੰਘ ਬਹਾਦਰ ਦੇ ਟਾਈਮ ਪੀਰੀਅਡ ਦੇ ਵਿੱਚ ਮੁਗਲਾਂ ਦੇ ਕੋਲ ਮਤਲਬ ਮੁਗਲ ਐਮਪਾਇਰ ਦੇ ਕੋਲ ਫੌਜ ਜ਼ਿਆਦਾ ਸੀ, ਲੇਕਿਨ ਬੰਦਾ ਸਿੰਘ ਬਹਾਦਰ ਜੋ ਸੀਗਾ ਉਹਦੇ ਕੋਲ ਆਰਮੀ ਘੱਟ ਸੀ। ਨੈਕਸਟ ਹੈਗਾ ਵਾ ਕਹਿੰਦੇ ਲੈਕ ਆਫ ਦਾ ਆਰਗੇਨਾਈਜੇਸ਼ਨ ਅਮੰਗ ਦਾ ਸਿੱਖ। ਕਹਿੰਦੇ ਸਿੱਖਾਂ ਦੇ ਵਿੱਚ ਸੰਗਠਨ ਦੀ ਘਾਟ ਸੀ। ਇੱਕ ਗੱਲ ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਜੀ ਨੇ ਬੋਲਿਆ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਜਦੋਂ ਵੀ ਆਰਮੀ ਦੀ ਜ਼ਰੂਰਤ ਹੋਏਗੀ ਸਾਰੇ ਦੇ ਸਾਰੇ ਸਿੱਖ ਉਹਨਾਂ ਨੂੰ ਹੈਲਪ ਦੇਣਗੇ, ਲੇਕਿਨ ਅਸੀਂ ਇੱਕ ਭੀੜ ਨੂੰ ਇੱਕ ਆਰਮੀ ਨਹੀਂ ਬੋਲ ਸਕਦੇ। ਕਰਾਊਡ ਆਫ ਦਾ ਪੀਪਲ not of the military। ਠੀਕ ਹੈ ਨਾ, ਤਾਂ ਕਹਿੰਦੇ ਕਿ ਕਰਾਊਡ ਆਫ ਪੀਪਲ ਮਤਲਬ ਲੋਕਾਂ ਦੀ ਭੀੜ ਨੂੰ ਅਸੀਂ ਮਿਲਟਰੀ ਨਹੀਂ ਬੋਲ ਸਕਦੇ, ਉਹ ਭੀੜ ਹੈ। ਠੀਕ ਹੈ, ਉਸ ਤਰੀਕੇ ਦੇ ਨਾਲ ਕੰਮ ਕਰੇਗੀ ਭੀੜ ਜਿਸ ਤਰੀਕੇ ਦੇ ਨਾਲ ਮਤਲਬ ਉਸਨੂੰ ਥੋੜਾ ਬਹੁਤਾ ਜੋ ਵੀ ਟ੍ਰੇਨਿੰਗ ਮਿਲੀ ਹੋਈ ਹੈ ਉਹ ਕੰਮ ਕਰੇਗੀ। ਲੇਕਿਨ ਕਹਿੰਦੇ ਕਿ ਮੁਗਲਾਂ ਦੇ ਕੋਲ ਜਿਹੜੀ ਮਿਲਟਰੀ ਸੀ ਨਾ ਵੈਲ ਟ੍ਰੇਨਡ ਮਿਲਟਰੀ ਸੀ। ਠੀਕ ਹੈ, तो ਸਿੱਖਾਂ ਦੇ ਕੋਲ ਇਸ ਤਰ੍ਹਾਂ ਦੀ ਮਿਲਟਰੀ ਹੈ ਹੀ ਨਹੀਂ ਸੀ, ਜਿਹਦੇ ਕਰਕੇ ਬੰਦਾ ਸਿੰਘ ਬਹਾਦਰ ਦਾ ਦੂਸਰਾ ਰੀਜ਼ਨ ਇਹ ਸੀ ਕਿ ਮਿਲਟਰੀ ਆਰਗੇਨਾਈਜ਼ਡ ਨਹੀਂ ਸੀ, ਜਿਹਦੇ ਕਰਕੇ ਬੰਦਾ ਸਿੰਘ ਬਹਾਦਰ ਦੀ ਹਾਰ ਹੋਈ ਸੀ। ਨੈਕਸਟ ਹੈ ਵਾਇਲੇਸ਼ਨਸ ਆਫ ਦਾ ਇਨਸਟਰਕਸ਼ਨਸ ਬਾय ਦਾ ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ ਨੇ ਨਾ ਜੋ ਵੀ ਉਹਨਾਂ ਨੂੰ ਕੁਝ ਇਨਸਟਰਕਸ਼ਨਸ ਦਿੱਤੀਆਂ ਗਈਆਂ ਸੀ ਉਹਨਾਂ ਨੇ ਅਨਫੋਲੋ ਕਰਨਾ ਸਟਾਰਟ ਕਰ ਦਿੱਤਾ ਸੀ। ਠੀਕ ਹੈ, ਵਾਇਲੇਸ਼ਨਸ ਕ੍ਰੀਏਟ ਕਰਨੀ ਸਟਾਰਟ ਕਰ ਦਿੱਤੀ ਸੀ। वैसे तो बोलिया गया सी बंदा सिंह बहादुर नु कि उन्होंने लेडीज तो दूर रहना है, लेकिन द रियलिटी इज बंदा सिंह बहादुर ने खुद एक चंबा दी राजकुमारी सी ਜਿਹਦੇ ਨਾਲ ਉਹਨਾਂ ਨੇ ਸ਼ਾਦੀ ਕਰ ਲਈ ਸੀ। ਬਾਅਦ ਵਿੱਚ ਆਪਣੀ ਲਾਈਫ ਨੂੰ ਬੜੇ ਹੀ ਇੰਜੋਏ ਦੇ ਮੂਵਮੈਂਟ ਦੇ ਨਾਲ ਉਹਨਾਂ ਨੇ ਸਪੈਂਡ ਕੀਤਾ। ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਜਦੋਂ ਪਰਸਨ ਵਿਨਰ ਬਣ ਗਿਆ ਸੀ ਉਹਨਾਂ ਦੇ ਵਿੱਚ ਬਹੁਤ ਈਗੋ ਆ ਗਈ ਸੀ, ਕਿਉਂਕਿ ਹਰ ਜਗ੍ਹਾ ਦੇ ਉੱਤੇ ਅਗਰ ਪਰਸਨ ਵਿਨਰ ਬਣ ਜਾਏਗਾ ਤਾਂ ਈਗੋ ਤਾਂ ਆਪਣੇ ਆਪ ਆਏਗੀ ਨਾ ਉਹਦੇ ਵਿੱਚ, ਤਾਂ ਈਗੋ ਬਣ ਗਈ ਸੀ। ਕਹਿੰਦੇ ਐਗਜ਼ਾਮਪਲ ਦੇ ਤੌਰ ਤੇ ਅਗਰ ਅਸੀਂ ਦੇਖੀਏ ਤਾਂ ਪਹਿਲਾਂ ਬੋਲਿਆ ਜਾਂਦਾ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਤੁਸੀਂ ਇੱਕ ਦੂਜੇ ਨੂੰ ਬੁਲਾਣਾ ਹੈ, ਲੇਕਿਨ ਬੰਦਾ ਸਿੰਘ ਬਹਾਦਰ ਨੇ ਫਤਿਹ ਧਰਮ ਤੇ ਫਤਿਹ ਦਰਸ਼ਨ ਦੋਵੇਂ ਵਰਡ ਯੂਜ਼ ਕੀਤੇ ਸੀ ਇੱਕ ਦੂਜੇ ਨੂੰ ਮਿਲਣ ਦੇ ਲਈ। ਉਸ ਤੋਂ ਬਾਅਦ ਆਪੋਜੀਸ਼ਨ ਆਫ ਦਾ ਹਿੰਦੂ ਚੀਫ ਐਂਡ ਦਾ ਲੈਂਡਲॉर्ड्स। ਕਹਿੰਦੇ ਕਿ ਹਿੰਦੂ ਰਾਜੇ ਤੇ ਜ਼ਮੀਂਦਾਰਾਂ ਦਾ ਵਿਰੋਧ। दरअसल ये गल सी कि कोई भी संघर्ष जेड़ा सीगा जो भी स्ट्रगल वगैरह हो गया सी बंदा सिंह बहादुर दी कोई हेल्प नहीं सी कर रहा, ना तो जमींदार पर्सन, क्योंकि जिद्दां ही बंदा सिंह बहादुर आया ना उन्होंने लग्या कि जो जमींदार पर्सन ने ना वो एक्सप्लॉइट कर रहे ने। एक्सप्लॉइट किस नूं कर रहे ने, तो जो जमींदार पर्सन हैगे ने वो एक्सप्लॉइट कर रहे हैगे ने किसानां नूं, ਜਿਹਦੇ ਕਰਕੇ ਉਹਨਾਂ ਨੇ ਜ਼ਮੀਂਦਾਰ ਸਿਸਟਮ ਖਤਮ ਕਰ ਦਿੱਤਾ। ਹੁਣ ਅਗਰ ਉਹਨਾਂ ਨੇ ਜ਼ਮੀਂਦਾਰ ਸਿਸਟਮ ਖਤਮ ਕਰ ਦਿੱਤਾ, ਤੁਸੀਂ ਆਪਣੇ ਆਪ ਇਹ ਚੀਜ਼ ਸੋਚੋ ਕਿ ਜ਼ਮੀਂਦਾਰ ਉਸ ਨੂੰ ਕਿਉਂ ਹੈਲਪ ਦੇਣਗੇ ਫਾਈਟ ਦੇ ਵਿੱਚ? ਉਹ ਨਹੀਂ ਦੇਣਗੇ ਹੈਲਪ, ਨਾਰਮਲ ਜੀ ਗੱਲ ਹੈ, ਜਿਹਦੇ ਕਾਰਨ ਉਹ ਫਾਈਟ ਦੇ ਵਿੱਚ ਵਿਨਰ ਹੀ ਨਹੀਂ ਸੀ ਬਣ ਪਾਏ। ਉਸ ਤੋਂ ਇਲਾਵਾ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਸੀਗੇ ਉਹ ਆਲਰੇਡੀ ਹਿੰਦੂ ਜੋ ਰੂਲਰ ਪਰਸਨ ਸੀ ਨਾ ਜਿਨ੍ਹਾਂ ਨੂੰ ਬੋਲਿਆ ਜਾਂਦਾ ਹਿੰਦੂ ਰਾਜੇ ਮਹਾਰਾਜੇ, ਤਾਂ ਆਲਰੇਡੀ ਉਹ ਮੁਗਲਾਂ ਦੇ ਕੋਲ ਡਰਦੇ ਸੀ, ਜਿਹਦੇ ਕਰਕੇ ਉਹਨਾਂ ਨੇ ਸੋਚਿਆ ਕਿ ਨਹੀਂ ਉਹਨਾਂ ਨੇ ਫਾਈਟ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ, ਮਗਰ ਨਹੀਂ ਵਰਨਾ ਤਾਂ ਮੁਗਲ ਉਸ ਨੂੰ ਛੋੜਨਗੇ ਨਹੀਂ। ਠੀਕ ਹੈ, ਤਾਂ ਨੈਕਸਟ ਹੈਗਾ ਜੀ ਮੈਜਰ ਆਫ ਦਾ ਫੁਰਕਸੀਅਤ ਅਗੇਂਸਟ ਦਾ ਸਿੱਖ। ਕਹਿੰਦੇ ਫੁਰਕਸੀਅਤ ਦੀਆਂ ਸਿੱਖ ਵਿਰੁੱਧ ਕਾਰਵਾਈ। फुरकसीयत नाम का जो पर्सन सी ना मुगल पर्सन सी, बहुत ही ज्यादा क्रूल पर्सन सी। क्रूल समझते हो, जालिम होना है ना, तो बहुत ही ज्यादा क्रूल पर्सन सी। बंदा सिंह बहादुर दी फौज जेड़ी सी मिलिटरी जेड़ी सी अगर वो वध रही सी तो फुरकसीयत नूं टॉलरेट नहीं सी हो रहा। उन्हां नूं इह सीगा कि नहीं इसदी मिलिटरी नहीं ज्यादा होनी चाहिए, तो उसनूं खत्म करना चाहुंदा सी, जिहदे करके उन्हां ने अब्दुल समद खान
ਠੀਕ ਹੈ, ਅਬਦੁਲ ਸਮਦ ਖਾਨ ਨੂੰ ਭੇਜਿਆ ਸੀਗਾ ਕਿ ਉਹ ਜਾਣ ਤੇ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਹੈਗੀ ਆ ਉਸ ਨੂੰ ਖਤਮ ਕਰ ਦੇਣ। ਯਾਦ ਹੈ ਮੈਂ ਲਾਸਟ ਟਾਈਮ ਤੇ ਕਰਵਾਇਆ ਸੀਗਾ ਕਿ ਅਬਦੁਲ ਸਮਦ ਖਾਨ ਨੇ ਬੰਦਾ ਸਿੰਘ ਬਹਾਦਰ ਤੇ ਉਹਦੇ ਹੋਰ 200 ਮਿਲਟਰੀ ਫੋਰਸ ਨੂੰ ਅਰੈਸਟ ਕਰ ਲਿਆ ਸੀ ਅਤੇ ਅਗਰ ਉਹ ਜਾ ਰਹੇ ਸੀਗੇ ਰਾਸਤੇ ਦੇ ਵਿੱਚ, ਰੋਡ ਦੇ ਵਿੱਚ, ਤੇ ਹੋਰ 540 ਸਿੱਖ ਏਦਾਂ ਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਅਰੈਸਟ ਕੀਤਾ ਸੀ। ਕਿੰਨੇ? ਅਬਦੁਲ ਸਮਦ ਖਾਨ ਨੇ, है ना। तो इस तरह याद रखना है। कहते सरप्राइज अटैक ऑन द सिख एट गुरदास नंगल, यानी कि सरप्राइज अटैक, एकदम ਲਈ ਅਟੈਕ ਕਰ ਦੇਣਾ ਗੁਰਦਾਸ ਨੰਗਲ ਦੇ ਉੱਤੇ। ਠੀਕ ਹੈ, ਕਹਿੰਦਾ ਗੁਰਦਾਸ ਨੰਗਲ ਜਿੱਥੇ ਦੂਨੀ ਚੰਦ ਦੀ ਹਵੇਲੀ ਸੀ, ਜਿੱਥੇ ਬੰਦਾ ਸਿੰਘ ਬਹਾਦਰ ਰਹਿ ਰਿਹਾ ਸੀ, ਕਹਿੰਦੇ ਉਹਦੀਆਂ ਬ੍ਰਿਕਸ ਜੋ ਸੀ ਨਾ, ਕਹਿੰਦੇ ਕਿ ਇੱਟਾਂ ਜੋ ਸੀਗੀਆਂ ਜੋ ਉਹ ਕੱਚੇ ਜਿਹੇ ਟਾਈਪ ਦੀਆਂ ਸੀਗੀਆਂ, ਜਿਹਦੇ ਕਰਕੇ ਹਵੇਲੀ ਤੋਂ ਬਣੀ ਹੋਈ ਸੀ ਨੋ ਡਾਊਟ, ਲੇਕਿਨ ਉਹਦੇ ਵਿੱਚ ਮੁਗਲਾਂ ਨੇ ਈਜ਼ੀਲੀ ਐਂਟਰੀ ਜਿਹੜੀ ਹੈਗੀ ਆ ਕਰ ਦੇਣੀ ਸੀਗੀ। ਲੇਕਿਨ ਕਹਿੰਦੇ ਕਿ ਹਵੇਲੀ ਸੀਗੀ 8 ਮਹੀਨੇ ਯਾਨੀ ਕਿ 8 ਮੰਥ ਕੰਟੀਨਿਊਸਲੀ ਫਾਈਟ ਹੋ ਰਹੀ ਹੈ, ਤਾਂ ਹਵੇਲੀ ਦੇ ਵਿੱਚ ਕਿੰਨਾ ਕੁਝ ਖਾਣ ਪੀਣ ਦੇ ਲਈ ਹੋਏਗਾ, ਸਭ ਕੁਝ ਖਤਮ ਹੋ ਗਿਆ। ਠੀਕ ਹੈ, ਜਿਹਦੇ ਕਰਕੇ ਗੁਰਦਾਸ ਨੰਗਲ ਦੇ ਵਿੱਚ ਦੂਨੀ ਚੰਦ ਦੀ ਹਵੇਲੀ ਦੇ ਵਿੱਚ ਮੁਗਲਾਂ ਨੇ ਅਟੈਕ ਕਰਕੇ ਬੰਦਾ ਸਿੰਘ ਬਹਾਦਰ ਨੂੰ ਉੱਥੋਂ ਅਰੈਸਟ ਕਰ ਲਿਆ ਸੀਗਾ। ਨੈਕਸਟ ਹੈ, ਕਹਿੰਦੇ ਡਿਫਰੈਂਟ ਬਿਟਵੀਨ ਬੰਦਾ ਸਿੰਘ ਬਹਾਦਰ ਐਂਡ ਵਿਨੋਦ ਸਿੰਘ, ਕਹਿੰਦੇ ਕਿ ਡਿਫਰੈਂਸਸ ਤੋਂ ਬੰਦਾ ਸਿੰਘ ਬਹਾਦਰ ਤੇ ਵਿਨੋਦ ਸਿੰਘ ਦੇ ਵਿਚਕਾਰ ਨਾ ਕੁਝ ਡਿਫਰੈਂਸਸ ਹੋ ਗਏ ਸੀ, ਕੁਝ ਮਤਭੇਦ ਹੋ ਗਏ ਸੀ, ਕਿਉਂਕਿ ਬੰਦਾ ਸਿੰਘ ਬਹਾਦਰ ਕਹਿੰਦਾ ਸੀਗਾ ਕਿ ਹਵੇਲੀ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ, ਵਰਨਾ ਏਦਾਂ ਤੋਂ ਆਪਾਂ ਮਾਰੇ ਜਾਵਾਂਗੇ। ਅਗਰ ਹਵੇਲੀ ਦੇ ਵਿੱਚ ਕੰਟੀਨਿਊਸਲੀ ਐਜ਼ ਇਟ ਇਜ਼ ਹੀ ਰਹਿਣ ਦੇ ਦਿੱਤਾ ਤਾਂ ਇਸ ਤਰ੍ਹਾਂ ਤੋਂ ਆਪਾਂ ਮਾਰੇ ਜਾਵਾਂਗੇ। ਲੇਕਿਨ ਇਹਦੇ ਨਾਲ ਕੀ ਹੋਇਆ ਸੀ, ਬੰਦਾ ਸਿੰਘ ਬਹਾਦਰ ਨਹੀਂ ਸੀ ਮੰਨਿਆ, तो विनोद सिंह ने अपनी मिलिट्री ਲਈ एंड देन विनोद सिंह जो ਸੀਗਾ ਹਵੇਲੀ ਦੇ ਵਿੱਚੋਂ ਬਾਹਰ ਨਿਕਲ ਗਿਆ, ਜਿਸ ਦੇ ਕਾਰਨ ਪ੍ਰੋਬਲਮ ਕ੍ਰੀਏਟ ਹੋਈ ਕਿ ਬੰਦਾ ਸਿੰਘ ਬਹਾਦਰ ਜਿਹੜਾ ਸੀਗਾ, ਜਿਹੜਾ ਥੋੜਾ ਬਹੁਤਾ ਸਟਰੋਂਗ ਆਪਣੇ ਆਪ ਨੂੰ ਫੀਲ ਕਰ ਰਿਹਾ ਸੀ, तो ਕੀ ਹੋ ਗਿਆ, नेटवर्किंग प्रॉब्लम आ रही है तो बच्चे इधर उधर हो जाओ। ठीक है, अपनी थोड़ी सी जो सीट है चेंज कर लो उसमें। तो नेक्स्ट हैगा जी, कहते कि विनोद सिंह अपनी मिलिट्री लई तो मिलिट्री नु छोड़ के वो चले आ गया। नेक्स्ट हैगा जी, कहते एस्टीमेट ऑफ बंदा सिंह बहादुर करैक्टर, ਆਪਾਂ ਕਰੈਕਟਰ ਦੇ ਬਾਰੇ ਵਿੱਚ ਐਸਟੀਮੇਟ ਲਗਾਉਣਾ ਹੈ। ਵੈਸੇ ਤਾਂ ਕਦੇ ਵੀ ਨਾ ਲਾਸਟ ਟਾਈਮ ਤੇ ਅਗਰ ਕਿਸੇ ਦਾ ਕਰੈਕਟਰ ਆ ਜਾਵੇ ਨਾ ਤਾਂ ਪੜੀਦਾ ਨਹੀਂ ਹੁੰਦਾ, ਕਿਉਂਕਿ ਜਦ ਆਪਾਂ ਪੂਰਾ ਦਾ ਪੂਰਾ ਚੈਪਟਰ ਇੱਕ ਬੰਦੇ ਦੇ ਬੇਸ ਤੇ ਪੜ ਲਿਆ ਤਾਂ ਉਸ ਦਾ ਕਰੈਕਟਰ ਪੜਨ ਦੇ ਵਿੱਚ ਹੁਣ ਕੀ ਮਤਲਬ, ਕੁਝ ਉਹਦੇ ਵਿੱਚ ਨਿਊ ਥੋੜੀ ਨਾ ਆ ਜਾਣਾ ਹੈ। ਲੇਕਿਨ ਤੁਸੀਂ ਲੋਕ ਛੋਟੇ ਹੈਗੇ ਹੋ ਤਾਂ ਕਰਕੇ ਮੈਂ ਪੜਾਨੀ ਆ ਦੁਬਾਰਾ। तो कहते सब तो पहले एज ए मैन, कहते फिजिकल उन्होंने किदां दा सी, फिजिकल दे विच इन्होंने लिखिया होया कि बंदा सिंह बहादुर जो सी ना गुरु गोबिंद सिंह जी दे नाल उन्हां दी जो बॉडी स्ट्रक्चर सी ना टोटली मैचअप सी, बिकॉज बंदा सिंह बहादुर भी अपनी बॉडी ते अगर बॉडी दे पक्ष तो देखिए तो कहते उन्हां दा शरीर जिहड़ा सी पतला सीगा ते उन्हां दा कद भी बहुता ज्यादा नहीं सी ते शरीर जिन्हों असीं बोलदे आ ना कि बॉडी दा फिट होना वो उन्हां दी बॉडी सी। उस तो बाद वो ब्रेव पर्सन बहुत सी ते बोल्ड पर्सन, बोल्ड मतलब हुंदा साहसी होना, आपां बोलदे ना इस टाइम पीरियड दे विच कंगना रणावत नूं है ना, तो काफी बोल्ड है, कुछ भी बोलदी है तो सामने बोलदी है ना, तो इस तरह। तो बोल्ड का मतलब वो हुंदा है साहसी होना। तो कहते कि बंदा सिंह बहादुर है जो काफी ज्यादा बोल्ड सी, काफी ज्यादा ब्रेव सी, कदे भी उन्हां दे कोल प्रॉब्लम आंदी सी दैन वो प्रॉब्लम तो गिव अप नहीं सी करदे। बंदा सिंह बहादुर ने बहुत सारियां लड़ाइयां लड़ियां सीगियां, ठीक है। उस तो इलावा हैगा कि लोहगढ़ दे किले दे विच भी अगर उन्हां नूं घेर लिया गया सी, लोहगढ़ दे किले दे विच भी कहंदे बंदा सिंह बहादुर है जो अगर उन्हां नूं मतलब चारे पासे तो मुगलां ने घेर लिया सी दैन तां वी वो पर्सन जिहड़े सीगे बिल्कुल भी उन्हां ने अपना हौसला नहीं सी छड्डिया। इस तो इलावा विनोद सिंह भी जरूर उन्हां छोड़ के चले चुके सीगे तां भी उन्होंने लास्ट टाइम तक अपने आप नूं गुरदास नंगल दे विच ही रखिया सीगा। कहंदे इस तो इलावा बंदा सिंह बहादुर जिहड़ा सीगे काफी ज्यादा टॉलरेंट पर्सन सी, काफी ज्यादा सहनशील पर्सन सी। अच्छा उन्हां दी सहनशीलता दा ना पता इत्थों लगदा है टॉलरेट करना, किसी नूं बेयर करना। बंदा सिंह बहादुर दा पुत्र 4 सालां दा सी अजय सिंह, जदों उसनूं मारिया गया उन्हां दा दिल निकालिया गया, बंदा सिंह बहादुर दे मूंह च डाल दिता गया, फिर भी बंदा सिंह बहादुर जिहड़ा सीगा पर्सन उसने नहीं ਮੰਨਿਆ ਕਿ ਉਹ ਕਿਸੇ ਚੀਜ਼ ਨੂੰ ਐਕਸੈਪਟ ਕਰੇਗਾ, ਮਤਲਬ ਕਿ ਉਹ ਇਸਲਾਮ ਨੂੰ ਐਕਸੈਪਟ ਕਰੇਗਾ। ਸਭ ਤੋਂ ਪਹਿਲਾਂ ਤਾਂ ਸਹਿਣਸ਼ੀਲਤਾ ਇੱਚੀ ਬਹੁਤ ਹੈ। ਸਾਡੇ ਤੋਂ ਹਲਕੀ ਜੀ ਸੂਈ ਲੱਗ ਜਾਂਦੀ ਹੈ ਨਾ, ਸਾਰਾ ਘਰ ਸਿਰ ਤੇ ਚੱਕ ਲਾਂਗੇ ਕਿ ਇਹ ਕਿੱਦਾਂ ਲੱਗ ਗਈ,
तो उन्होंने ते बच्चे नु ही मार दिता गया, उन्होंने ही जो हार्ट है निकाल के बंदा सिंह बहादुर दे मुंह विच डाल दिता गया। लेकिन वो पर्सन जिहड़ा सीगा बिल्कुल भी ये चीज नहीं सी उन्होंने हुई कि नहीं मैं इस्लाम कबूल कर लांगा, नहीं, वो सिखिज्म दे विच ही रहना चाहते सीगे। ठीक है, तो नेक्स्ट है जी, कहंदे एज अ वॉरियर, वॉरियर दा मतलब समझदे ना, बहुत सारी मूवीज देखियां होनियां वॉरियर दे बेस ते। सो एज अ वॉरियर एंड जर्नल, कहंदे कि एक योद्धा ते सेनापति। अच्छा, वो एक महान योद्धा सी। बंदा सिंह बहादुर दी खासियत ये सी कि युद्ध दे मैदान दे विच अगर उन्हां नूं छोड़ दिता जांदा सी ना, जिथे फाइट जो फाइट प्लेस हुंदा सी उन्हां नूं अगर उत्थे छोड़ दिता जांदा सी, सो उन्हां नूं सब चीजां दे बारे विच पता हुंदा सीगा कि किधरली साइड तो मिलिटरी आ सकदी है, किधरली साइड तो नहीं आ सकदी। उन्हां नूं सब चीजां दे बारे विच पहले ही नॉलेज हुंदी सी। उन्हां दी एक खासियत सी, अगर उन्हां नूं पता नहीं कि युद्ध दे मैदान दे विच फ्रंट साइड दे कोल मिलिटरी बहुत ज्यादा है, तो अपने आप वो गिव अप कर देंदे सी। कुछ लोग सोचते हैं नहीं उत्थे पर्सन ज्यादा है कि अगर मैं गिव अप कर दूंगा तो क्या बोलिया जाएगा, शायद मेरी बेइज्जती हो जाएगी। लेकिन नहीं, ऐसा नहीं है। बंदा सिंह बहादुर इदां दा बिल्कुल नहीं सी सोचदे। वो सोचदे सी फाइट विच हारन दे नालों चंगा है हुण गिव अप कर लो, नेक्स्ट टाइम तो फिर तो अटैक कर देना, है ना। तो इस तरह दी चीजां। उस तो बाद एड एंड एज एन एडमिनिस्ट्रेटिव। ठीक है, तो एडमिनिस्ट्रेटिव उन्हां दा किदां दा सी, चलो करते हैं कि एडमिनिस्ट्रेटिव दे बारे विच। एडमिनिस्ट्रेटिव उन्हां दा इस तरह दा सीगा कि जिद्दां दे गुरु साहबान दस के गए सी कि इदां दा सिस्टम होना चाहिदा, तो उन्होंने सेम सिस्टम नु एज इट इज कंटिन्यू रखिया सी। ठीक है, तो की करदे सी गरीब लोकां दे नाल उन्हां दे नाल काफी अच्छे रिलेशन सी, काफी काइंडनेस दिखांदे सी। हिंदुआं नु हायर पोस्ट दे उत्ते अपॉइंट कर दिता सी। उन्हां दे विच काफी ज्यादा आत्म विश्वास दी भावना सी। जमींदार सिस्टम नु खत्म कर दिता सी, बिकॉज जमींदार बहुत ज्यादा अत्याचार करदे सी किन्हां लोकां दे उत्ते, गरीब लोकां दे उत्ते। उस तो बाद है एज एंड द ऑर्गेनाइजर। ऑर्गेनाइजर समझदे हो ना, ऑर्गेनाइजेशन तो ऑर्गेनाइजर वर्ड बनया होया वा। ठीक है, तो वॉवल शब्द है इसलिए पहला एन लग गया, तो कहंदे एज एंड द ऑर्गेनाइजर। ठीक है, एन वर्ड लग गया ना, आपां नूं पता है कि वॉवल वर्ड दे नाल एन लगदा है। तो कहंदे कि वो एक महान जिहड़े सीगे संगठनकर्ता सीगे। ठीक है, कहंदे कि ऑर्गेनाइजर इन्ने ज्यादा अच्छे सी, जिद्दां ही मतलब वो पंजाब दे विच आए उन्हां दे नाल जस्ट 25 सिख सी। ये गल तुहानूं पता है ना, पंजाब दे विच जिद्दां ही वो आए सी उन्हां दे नाल 25 सिख सी, क्योंकि गुरु गोबिंद सिंह जी ने उन्हां नूं इन्ने ही सिख दित्ते सीगे। पर जिद्दां ही वो पंजाब दे विच आए, मुगलां दे नाल मुकाबला करना सी, फाइट करनी सी, अनलिमिटेड पर्सन उन्हां दे झंडे दे कोल कलेक्ट हो गए सी, उन्हां दी यूनिटी बन गई सी। इस तो पता लगता है कि वो किन्ने अच्छे ऑर्गेनाइजर होंगे कि उन्हां दे आंदियां सार बहुत सारे सिखां ने उन्हां नूं सपोर्ट करनी स्टार्ट कर दित्ती सी, है ना। तो नेक्स्ट है जी, कहंदे कि बहुत सारे सिक्कर, ब्लड सिक्कर जिसनों बोलते हैं ना खून दा प्यासा, है ना, सिक्कर। तो कहंदे कि बहुत सारे राइटर अद्दा कहंदे ने कि बंदा सिंह बहादुर ना खून दा प्यासा सी। तो असी इन्हां चीजां नूं गलत कहना है। एक राइटर ने जिन्होंने लिखा होया कि बंदा सिंह बहादुर ने ना, पता नहीं तुहाडी बुक च है कि नहीं, वैसे नॉलेज लिए याद रख लो कि एक राइटर सी जिसने कहा सीगा कि बंदा सिंह बहादुर ना उन्हें मस्जिदां उखाड़ दित्तियां सी। उखाड़ ना बोलना, डिस्ट्रॉय बोल देना, अच्छा स्पेलिंग है। तो कहंदे कि बंदा सिंह बहादुर ने ना जो मस्जिद हुंदी है उन्हां नूं डिस्ट्रॉय करवा दित्ता सीगा। तो ये गल बिल्कुल गलत है। बंदा सिंह बहादुर इदां ना कुछ नहीं सी कर सकदा। इवन कि बंदा सिंह बहादुर तो लेडीज की रिस्पेक्ट लिए भी पर्सन बहुत फेमस सीगा कि वो लेडीज की रिस्पेक्ट करदा। बट अगर हिंदू है या मुसलमान, जदों भी लड़ाई दा मैदान चलदा सी ना, लड़ाई चलदी सी, तो उन्हां नूं बोलिया सी कदे भी वमन नूं हार्म नहीं करना है, उसनूं नुकसान नहीं पहुंचाना है, उसका रेप नहीं करना है ना। तो पुराने टाइम पीरियड दे विच जिद्दां हुण दे टाइम पीरियड दे विच रेप बड़ा आराम ना कर दिंदे आ ना गंदे पर्सन, है ना। तो गंदी जी देखनी तो गंदा जा सोचना तो गंदा जा मतलब काम कर देना। तो पुराने टाइम पीरियड विच लोग तो इस तो भी ज्यादा गंदे सी, है ना। तो वो की करते सी, इजिली वे दे नाल वुमन नूं लियांदे सी, रेप कर दिंदे सी, छोड़ दिंदे सी, ए सी उन्हां दा काम। तो लेकिन बंदा सिंह बहादुर ने कहा सी आपां फाइट करनी है, लेकिन किसी ने वुमन नूं नुकसान नहीं पहुंचाना है। ठीक है, वुमन दे नाल कुछ गलत नहीं करना है। तो इसी तरह ही कहंदे असीं देखदे हां कि वो कोई ब्लड सिकर नहीं सी। ठीक है, कि ब्लड चूस लेना, तो इस तरह दे वो पर्सन है ही नहीं सीगे। कहंदे कि राइटर तो इत्थों तक कहंदे ने कि मुसलमानां नूं उन्हां ने कबरां दे विच तक नहीं सौण दित्ता। ये भी गलत है, उन्होंने कुछ कीता ही नहीं सी। बोलदे सीगे कि उखड़वा देना, उखड़वा समझदे हो, मैनूं हुण पंजाबी वाला वर्ड नहीं आंदा, उखड़वा देना।
तो कहंदे सी कि बहुत सारे ਜਿਹੜੇ जो कबरां सी ना उसनू खड़वा दिता सी उन्होंने, कहंदे ये चीज गलत है, उन्होंने इदां दा कुछ नहीं सी करवाया। ठीक है, सो कहंदे कि हाँ ये चीज जरूर सीगी कि उन्होंने एक कबर पुट्टी सी, एक लेडी सी, मैनू उन्हां दा नाम नहीं इन्ना खास याद, तो कहंदे कि एक लेडी सीगी, मुसलमान लेडी सी, ओदी कबर जरूर उसने पुट्टी सीगी, बिकॉज क्यों, अनूप कौर उस लेडी दा नाम सीगा, क्योंकि मुसलमाना ने ना उसदे नाल रेप कीता सी, रेप करके उस लेडी ਨੂੰ ਇਦਾਂ ਹੀ ਛੋੜ ਦਿੱਤਾ ਸੀ, ਉਸਦੀ ਕਬਰ ਬਣਵਾ ਦਿੱਤੀ ਸੀ, ਅਨੂਪ ਕੌਰ ਸੀ ਲੇਡੀ ਦਾ ਨਾਮ। तो ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਸੀ, ਉਸਦੀ ਕਬਰ ਨੂੰ ਖੜਵਾ ਕੇ ਉਸ ਲੇਡੀ ਦਾ ਅੰਤਿਮ ਸੰਸਕਾਰ ਕੀਤਾ ਸੀਗਾ। ਜਸਟ ਇਹ ਗੱਲ ਸੀਗੀ। तो ਜਿਹੜੇ ਰਾਈਟਰ ਨੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਇੰਨਾ ਵਧਾ ਕੇ ਪੇਸ਼ ਕੀਤਾ ਕਿ ਨਹੀਂ ਉਸਨੇ ਤਾਂ ਕਬਰ ਹੀ ਉਖੜਵਾ ਦਿੱਤੀ ਸੀ। तो ਇਹ ਸਾਰੀਆਂ ਚੀਜ਼ਾਂ ਸੀ, है ना। तो एक छोटी जी लाइन है जो मैं बोलना चाहूंगी। एक बार एक पंडित हुंदा है, शायद मैं पहला भी दस्सिया सी, एक बार एक पंडित हुंदा है ते ना वो शब्द गान कर रहा हुंदा है, तो शब्द गान करदे करदे ओदे टाइम ओदे ना मूंह दे विच ना चिड़ी दा पंख आ जांदा है। ओ जांदा है अपनी वाइफ दे कोल ते बोलदा है अपनी वाइफ ਨੂੰ ਕਿ ਅੱਜ ਜਦੋਂ ਮੈਂ ਸ਼ਬਦ ਗਾਨ ਕਰ ਰਿਹਾ ਸੀ ਨਾ ਮੇਰੇ ਮੂੰਹ ਦੇ ਵਿੱਚ ਚਿੜੀ ਦਾ ਇੱਕ ਪੰਖ ਆ ਗਿਆ। ਉਹਦੀ ਵਾਈਫ ਦੂਜੀ ਲੇਡੀ ਨੂੰ ਦੱਸਦੀ ਹੈ ਕਿ ਜਦੋਂ ਅੱਜ ਮੇਰੇ ਹਸਬੈਂਡ ਸ਼ਬਦ ਗਾਇਨ ਕਰ ਰਹੇ ਸੀ ਉਹਨਾਂ ਦੇ ਮੂੰਹ ਦੇ ਵਿੱਚ ਚਿੜੀ ਦੇ ਦੋ ਪੰਖ ਆ ਗਏ। मैंने तो एक बोलिया ना हुनी, तो उन्होंने बोलिया दो पंख आ गए। दूसरी लेडी तीजी ਨੂੰ ਦੱਸਦੀ ਹੈ ਕਿ ਜਦੋਂ ਅੱਜ ਪੰਡਿਤ ਜੀ ਸ਼ਬਦ ਗਾਇਨ ਕਰ ਰਹੇ ਸੀ ਉਹਨਾਂ ਦੇ ਮੂੰਹ ਦੇ ਵਿੱਚ ਚਿੜੀ ਦੇ ਖੰਭਾਂ ਦਾ ਪੂਰਾ ਗੁੱਛਾ ਆ ਗਿਆ। तो ਜਿਹੜੀ ਤੀਸਰੀ ਲੇਡੀ ਚੌਥੀ ਨੂੰ ਦੱਸਦੀ ਹੈ, ਉਹ ਬੋਲਦੀ ਹੈ ਕਿ ਅੱਜ ਜਦੋਂ ਪੰਡਿਤ ਜੀ ਸ਼ਬਦ ਗਾਇਨ ਕਰ ਰਹੇ ਸੀ ਉਹਨਾਂ ਦੇ ਮੂੰਹ 'ਚ ਪੂਰੀ ਦੀ ਪੂਰੀ ਚਿੜੀ ਆ ਗਈ, ਪੰਡਿਤ ਉੱਥੋਂ ਭੱਜ ਗਿਆ। ਇਹਦਾ ਮਤਲਬ ਕੀ, ਜੋ ਚੀਜ਼ ਹੈ ਹੀ ਨਹੀਂ, ਜੋ ਚੀਜ਼ ਦੇਖੀ ਨਹੀਂ, ਜੋ ਚੀਜ਼ मतलब ਜਿਹਦਾ ਕੋਈ ਵਜੂਦ ਹੀ ਨਹੀਂ ਹੈ, ਜਿਸਨੂੰ ਆਪਣੀ ਅੱਖਾਂ ਨਾਲ ਦੇਖਿਆ ਹੀ ਨਹੀਂ, ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਵਧਾ ਚੜਾ ਕੇ ਪੇਸ਼ ਕਰਨਾ। तो सेम बंदा सिंह बहादुर ਨਾਲ ਇਦਾਂ ਹੀ ਹੋਇਆ ਸੀ। ਵਿਚਾਰੇ ਨੇ ਇੱਕ ਕਬਰ ਖੁਦਵਾਈ ਸੀ, ਉਹ ਵੀ ਲੇਡੀ ਨਾਲ ਰੇਪ ਹੋਇਆ ਸੀ ਕਰਕੇ, ਤਾਂ ਜੋ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ, ਉਹਦਾ ਅੰਤਿਮ ਸੰਸਕਾਰ ਕਰਨਾ ਸੀ। ਰਾਈਟਰ ਨੇ ਲਿਖਤਾ ਜੀ ਵੀ ਉਹਨੇ ਤਾਂ ਕਬਰਾਂ ਖੁਦਵਾ ਦਿੱਤੀਆਂ। ਹਾਂ, ਖੁਦਵਾ ਦੇਣਾ, ਉਖਾੜ ਦੇਣਾ मतलब ਖੁਦਵਾ ਦੇਣਾ, तो ਖੁਦਵਾ ਦਿੱਤੀਆਂ ਪੂਰੀਆਂ ਦੇ ਪੂਰੀਆਂ। तो ਰਾਈਟਰ ਨੇ ਬਹੁਤ ਹੀ ਵਧਾ ਚੜਾ ਕੇ ਜੋ ਇਹ ਚੀਜ਼ਾਂ ਹੈਗੀਆਂ ਨੇ ਉਸ ਨੂੰ ਪੇਸ਼ ਕੀਤਾ ਸੀ। ਠੀਕ ਹੈ, ਚਲੋ ਵੀ ਨੈਕਸਟ ਚੱਲਦੇ ਹਾਂ ਜੀ। ਕਹਿੰਦੇ ਬੰਦਾ ਸਿੰਘ ਬਹਾਦਰ ਪਲੇਸ ਇਨ ਹਿਸਟਰੀ। ਅੱਛਾ, ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਦੇ ਵਿੱਚ ਕੀ ਸਥਾਨ ਪ੍ਰਾਪਤ ਹੈ? याद रखना, बंदा सिंह बहादुर ने बड़े थोड़े टाइम पीरियड दे विच अप्रोक्सीमेटली अगर लगाया जाए तो 7 और 8 ईयर, ठीक है, नो डाउट इस तो ज्यादा कुछ नहीं है। तो 7 और 8 ईयर दे विच बंदा सिंह बहादुर ने सिखिज्म ਨੂੰ ਬਿਲਡ ਕਰਨ ਦਾ ਬਹੁਤ ਕੰਮ ਕੀਤਾ। ਸਿਖਿਜ਼ਮ ਦੇ ਵਿੱਚ ਜਿਸ ਤਰ੍ਹਾਂ ਦੀਆਂ ਵੀ ਪ੍ਰੋਬਲਮ ਸੀ ਉਸਦਾ ਸੋਲੂਸ਼ਨ ਨਿਕਾਲਣ ਦਾ ਕੰਮ ਕੀਤਾ। ਇੱਕ ਨਿਊ ਸਪਿਰਿਟ, ਇੱਕ ਨਵੀਂ ਰੂਹ ਜਿਹੜੀ ਸੀਗੀ ਸਿਖਿਜ਼ਮ ਦੇ ਵਿੱਚ ਲਿਆਂਦੀ। ਹੁਣ ਸਿੱਖ ਡਰਦੇ ਨਹੀਂ ਸੀ, ਸਿੱਖ ਜਿਹੜੇ ਸੀਗੇ ਉਹ ਹਰ ਚੀਜ਼ ਦੇ ਬਾਰੇ ਵਿੱਚ फाइट ਕਰਨ ਦੇ ਬਾਰੇ ਵਿੱਚ ਜਾਣਦੇ ਸੀ। ठीक है, एक अच्छी बहुत कोटेशन है, तो बोलिया जाता है कि इस दे बारे विच तो नहीं आएगी, लेकिन सिख ब्रेव हो गए सी, इस दे बारे विच आएगी। मीनू साडी दात्री असी मीनू दे सोए, जो जो मीनू सानू वड्डे असी दून सवाए होए। तो एक कोटेशन है। तो ਇਹਦੇ ਵਿੱਚ ਇਹ ਸੀਗਾ ਕਿ ਮੀਰ ਮੀਨੂ ਨਾਂ ਦਾ ਪਰਸਨ ਵੀ ਸੀਗਾ ਜਿਹਨੇ ਇੰਨੇ ਅਤਿਆਚਾਰ ਕੀਤੇ ਸੀ, ਇੰਨੇ ਅਤਿਆਚਾਰ ਕੀਤੇ ਸੀ ਲੋਕਾਂ ਦੇ ਉੱਤੇ, ਤੇ ਲੋਕਾਂ ਨੇ ਹੁਣ ਕਹਿਣਾ ਸ਼ੁਰੂ ਕਰਤਾ ਸੀ ਤੂੰ ਕਰ ਲਾ, ਤੂੰ ਜੋ ਕਰਨਾ ਕਰ ਲਾ। ਦੈਨ ਸਾਡੇ ਉੱਤੇ ਤਾਂ ਕੋਈ ਅਸਰ ਨਹੀਂ, तो ਅਸੀਂ तो मतलब ਹੋਰ ਬਰੇਵ ਹੋ ਰਹੇ ਆ। ਤੇ ਇਹਨਾਂ ਗੱਲਾਂ ਨੂੰ ਸਮਝ ਰਹੇ ਹੋ ਕਿ ਮੀਨੂ ਸਾਡੀ ਦਾਤਰੀ, ਮੀਨੂ ਦਾਤੀ ਦੇ ਨਾਲ ਵੱਢ ਰਿਹਾ ਸਾਨੂੰ, ਅਸੀਂ ਮੀਨੂ ਦੇ ਸੋਏ, ਜੋ ਜੋ ਮੀਨੂ ਸਾਨੂੰ ਵੱਡੇ ਅਸੀਂ ਦੂਣ ਸਵਾਏ ਹੋਏ। ਠੀਕ ਹੈ, ਸੋ ਇਸ ਤਰ੍ਹਾਂ ਦੀ ਕੁਝ ਚੀਜ਼, ਇਸ ਤਰ੍ਹਾਂ ਦੀ ਕੁਝ ਕੋਟੇਸ਼ਨ ਹੈ। ਸੋ ਇਸ ਦੇ ਨਾਲ ਹੀ ਸਾਡੇ ਚੈਪਟਰ ਦਾ ਪੋਰਸ਼ਨ ਕੰਪਲੀਟ ਹੁੰਦਾ ਹੈ ਜੀ। ਠੀਕ ਹੈ, ਸੋ ਜੋ ਕੱਲ ਦਾ ਟੈਸਟ ਉਹ ਤੁਹਾਨੂੰ ਦਿੰਨੇ ਆ।